लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा वाहिगुरु जी की फतेह। अंग है 434। ਹੁਣ तक गुरु नानक पातशाह ਵੱਲੋਂ ਬਾਣੀ ਉਚਾਰਨ ਹੋਈ ਪੱਟੀ ਉਹ ਪੂਰੀ ਹੋਈ ਤੇ ਤੀਜੇ ਪਾਤਸ਼ਾਹ ਵੱਲੋਂ ਇਹ ਬਾਣੀ ਆਰੰਭ ਹੋਈ। ਉਹ ਆਰੰਭ ਕਰਨ ਲੱਗੇ ਹਾਂ। ਰਾਗ ਆਸਾ ਮਹੱਲਾ ਤੀਜਾ ਪੱਟੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਇਓ ਅੰਗੈ ਸਭ ਜਗ ਆਇਆ, ਕਾਖੈ ਕੰਗੈ ਕਾਲ ਪਿਆ। ਰਾਗ ਆਸਾ ਮਹੱਲਾ ਤੀਜਾ। ਰਾਗ ਆਸਾ ਮਹੱਲਾ ਤੀਜਾ ਪੱਟੀ। ਪੱਟੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਪ੍ਰਸਾਦ। ਆਇਓ ਅੰਗੈ ਸਭ ਜਗ ਆਇਆ, ਆਇਓ ਅੰਗੈ ਸਭ ਜਗ ਆਇਆ। ਕਾਖੈ ਕੰਗੈ ਕਾਲ ਪਿਆ, ਕਾਖੈ ਕੰਗੈ ਕਾਲ ਪਿਆ। ਰੀਰੀ ਲੱਲੀ ਪਾਪ ਕਮਾਣੇ, ਰੀਰੀ ਲੱਲੀ ਪਾਪ ਕਮਾਣੇ। ਪੜ ਅਵਗਣ ਗੁਣ ਵਿਸਰਿਆ, ਪੜ ਅਵਗੁਣ ਗੁਣ ਵਿਸਰਿਆ। ਮਨ ਐਸਾ ਲੇਖਾ ਤੂੰ ਕੀ ਪੜਿਆ, ਮਨ ਐਸਾ ਲੇਖਾ ਤੂੰ ਕੀ ਪੜਿਆ। ਲੇਖਾ ਦੇਣਾ ਤੇਰਾ ਸਿਰ ਰਹਿਆ, ਲੇਖਾ ਦੇਣਾ ਤੇਰਾ ਸਿਰ ਰਹਿਆ। ਰਹਾਉ। ਰਾਗ ਆਸਾ ਮਹੱਲਾ ਤੀਜਾ ਪੱਟੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਨਾਨਕ ਪਾਤਸ਼ਾਹ ਨੇ ਜੋ ਪੱਟੀ ਸਿਰਲੇਖ ਹੇਠ ਬਾਣੀ ਰਚੀ, ਉਹ ਤੇ ਪਾਧੇ ਨੂੰ ਪ੍ਰਲੇਖ, ਪਾਧੇ ਨੂੰ ਸਮਝਾਉਂਦਿਆਂ ਹੋਇਆਂ ਮਹਾਰਾਜ ਇਸ ਬਾਣੀ ਨੂੰ ਉਚਾਰਨ ਕੀਤਾ। ਇੱਥੇ ਹੁਣ ਮਹਾਰਾਜ ਇਹ ਸਿਖਾਉਂਦੇ ਨੇ ਕਿ ਜਿਹੜੀ ਤੂੰ ਮੁਹਾਰਨੀ ਸਿਖਾਉਣਾ ਪਾਧਾ, ਉਸ ਵਿਦਵਾਨ ਨੂੰ, ਉਸ ਪੰਡਤ ਨੂੰ, ਉਸ ਟੀਚਰ ਨੂੰ ਤੀਜੇ ਪਾਤਸ਼ਾਹ ਨੇ ਕਿਹਾ ਕਿ ਜਿਹੜੀ ਤੂੰ ਬਾਣੀ ਇਸ ਪੜ੍ਹਾਈ ਸਿਖਾ ਰਿਹਾ ਬੱਚਿਆਂ ਨੂੰ, ਉਹ ਪੜ੍ਹ ਕੇ ਜੋ ਸਿੱਖਦੇ ਨੇ ਤੇਰੇ ਕੋਲੋਂ ਅੱਗੇ ਜਾ ਕੇ ਆਪਣੇ ਜੀਵਨ ਵਿੱਚ ਕੀ ਕਰਨਗੇ। ਕਿਉਂਕਿ ਜਿਹੜੀ ਐਜੂਕੇਸ਼ਨ ਹੈ, ਪੜ੍ਹਾਈ ਹੈ, ਇਹ ਤੀਜਾ ਨੇਤਰ ਹੈ ਸਾਡਾ। ਆਮ ਅਸੀਂ ਜਦੋਂ ਪੜ੍ਹਦੇ ਸੀ, ਮੈਂ ਬਹੁਤ ਸਾਰੇ ਸਕੂਲਾਂ 'ਚ ਜਾ ਕੇ, ਬਹੁਤ ਸਾਰਿਆਂ ਕੰਧਾਂ 'ਤੇ ਜਾ ਕੇ, ਕਿਉਂਕਿ ਮੇਰੀ ਰਾਈਟਿੰਗ ਬਹੁਤ ਸੋਹਣੀ ਸੀ, ਮੈਂ ਪੇਂਟਿੰਗ ਕਰਦਾ ਰਿਹਾ ਤੇ ਆਪਣੇ ਹੱਥਾਂ ਨਾਲ ਮੈਂ ਲਿਖਿਆ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਲਿਖੀ ਜਾਂਦੇ ਸਾਦੋਂ, ਪਰ ਪਤਾ ਨਹੀਂ ਸੀ ਇਹਦੇ ਅਰਥ ਕੀ ਨੇ। ਇਹ ਵੀ ਨਾਲ ਮੈਂ ਬੜੇ ਵਾਰੀ ਲਿਖਿਆ, ਬੜੀਆਂ ਕੰਧਾਂ ਤੇ ਲਿਖਿਆ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਅੱਜ ਸਮਝ ਆਈ ਕਿ ਤੀਜਾ ਨੇਤਰ ਕਿਉਂ ਹੈ। ਕਿਉਂਕਿ ਵਿਦਿਆ ਦੁਆਰਾ ਪੜ੍ਹ ਕੇ ਅੰਦਰ ਜਾਣਾ ਸੀ। ਜਦੋਂ ਅਸੀਂ ਅੰਦਰ ਗਏ ਤਾਂ ਤੀਜਾ ਨੇਤਰ ਖੁੱਲ੍ਹਦਾ ਹੈ। ਉਹ ਤੀਜਾ ਨੇਤਰ ਕਿਹੜਾ ਹੈ? ਨੌਲੇਜ, ਗਿਆਨ। ਸੱਚ ਕੀ ਹੈ, ਝੂਠ ਕੀ ਹੈ, ਅਸੀਂ ਕਿਉਂ ਆਏ ਹਾਂ, ਕਾਹਦੇ ਵਾਸਤੇ ਆਏ ਹਾਂ, ਕੀ ਕਰਨ ਆਏ ਹਾਂ ਇੱਥੇ। ਉਦੋਂ ਅੱਖਾਂ ਖੁੱਲ੍ਹ ਗਈਆਂ, ਜਿਹਨੂੰ ਆਪਾਂ ਕਹਿੰਦੇ ਹੁਣ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਇਹ ਅੱਖਾਂ ਖੁੱਲ੍ਹ ਗਈਆਂ ਮੁਹਾਵਰਾ ਜਿਹੜਾ ਹੈ, ਉਹਦਾ ਮਤਲਬ ਹੈ ਕਿ ਨੌਲੇਜ ਹੋ ਗਈ। ਸੱਚ ਤੇ ਝੂਠ ਦੀ ਪਹਿਚਾਣ ਹੋਣੀ ਸ਼ੁਰੂ ਹੋ ਗਈ। ਜਦੋਂ ਉਦੋਂ ਇੱਥੇ ਮਹਾਰਾਜ ਉਹਨੂੰ ਸਮਝਾਉਂਦੇ ਨੇ ਪਾਧੇ ਨੂੰ, ਅਯੋ ਅੰਗੈ ਸਭ ਜਗ ਆਇਆ, ਕਾਖੈ ਕੰਗੈ ਕਾਲ ਪਿਆ। ਤੇ ਮੁੱਢ ਵਿੱਚ ਸੁਰਲੇਖ ਦੇ ਮੂਲ ਮੰਤਰ ਦਾ ਸਿਰਲੇਖ ਬਾਰੇ ਦਿੰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਵ ਵਿਆਪਕ ਹੈ। ਉਹ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਇਹ ਜਿਹੜੀ ਪਹਿਲਾਂ ਮੁਹਾਰਨੀ ਅੱਜ ਕੱਲ੍ਹ ਨਹੀਂ ਪੜ੍ਹਾਈ ਜਾਂਦੀ, ਪਹਿਲਾਂ ਬੱਚਿਆਂ ਨੂੰ ਮੁਹਾਰਨੀ ਪੜ੍ਹਾਈ ਜਾਂਦੀ ਸੀ। ਅਯੋ ਅੰਗੈ, ਕਾਖੈ ਕੰਗੈ, ਰੀਰੀ ਲੱਲੀ। ਇਹ ਰੀਰੀ ਲੱਲੀ ਜਿਹੜੇ ਅੱਖਰ ਸਨ,
ਇਹ ਹਿੰਦੀ ਦੇ ਨੇ ਸਾਰੇ। ਇਹ ਪੰਜਾਬੀ ਦੇ ਅੱਖਰ ਨੇ ਜਿਹੜੇ ਆਇਓ ਅੰਗਾ ਹੈ, ਉਹ ਹੈ ਐੜਾ, ਈ, ਓ, ਆ, ਈ, ਇਹ ਜਿਹੜੇ, ਤਾਂ ਕਿ ਉਹ ਉਚਾਰਨ ਸਹੀ ਹੋ ਸਕਣ, ਉਹਨਾਂ ਨੂੰ ਸਿਹਾਰੀ ਬਿਹਾਰੀ ਦਾ, ਔਂਕੜ ਦਾ, ਦਲੈਂਕੜ ਦਾ ਪਤਾ ਲੱਗ ਸਕੇ। ਕਿਉਂਕਿ ਜਿਨ੍ਹਾਂ ਨੇ ਮੁਹਾਰਨੀਆਂ ਨਹੀਂ ਪੜ੍ਹੀਆਂ, ਅੱਜ ਵੀ ਅਸੀਂ ਵੇਖਦੇ ਹਾਂ ਕਿ ਪਾਠ ਕਰਦੇ ਹੋਏ ਲਾਵਾਂ ਤੇ ਦੁਲਾਵਾਂ ਦਾ ਪਤਾ ਨਹੀਂ ਲੱਗਦਾ ਉਹਨਾਂ ਨੂੰ, ਵੀ ਲਾਮ ਨਾਲ ਕੀ ਹੋ ਜਾਏਗਾ, ਦੁਲਾਮ ਨਾਲ ਕੀ ਫਰਕ ਪੈ ਜਾਏਗਾ, ਔਂਕੜ ਨਾਲ ਕੀ ਫਰਕ ਪਏਗਾ, ਦਲੈਂਕੜ ਨਾਲ ਕੀ ਫਰਕ ਪਏਗਾ। ਇਸ ਕਰਕੇ ਅਰਥ ਬਦਲ ਜਾਂਦੇ ਨੇ। ਰੈਨ ਤੇ ਰੇਨ, ਰੇਨ ਹੈ ਚਰਨ ਧੂੜ, ਰੈਨ ਹੈ ਰਾਤ, ਮਤਲਬ ਇਹ ਨਾ। ਇਸ ਕਰਕੇ ਇਹ ਚੀਜ਼ਾਂ ਪਹਿਲਾਂ ਕਹਾਈਆਂ ਜਾਂਦੀਆਂ ਸੀ। ਮੁਹਾਵਰੇ ਮੁਹਾਰਨੀਆਂ ਕਹਾਉਣ ਦਾ ਮਤਲਬ ਵੀ ਇਹੀ ਹੁੰਦਾ ਸੀ, ਤਾਂ ਕਿ ਸਾਡੇ ਉਚਾਰਨ ਨੇ ਜਿਹੜੇ ਉਹ ਸਾਡੇ ਵਿਅਰਥ ਸਵੰਜਨ, ਇਹ ਅੱਖਰ ਨੇ ਜਿਹੜੇ ਨੱਕ ਰਾਹੀਂ ਬੋਲਣ ਵਾਲੇ, ਗਲ ਰਾਹੀਂ ਬੋਲਣ ਵਾਲੇ, ਸਾਡੀ ਜ਼ੁਬਾਨ ਜਿਹੜੀ ਉਹ ਤਾੜੂ ਨਾਲ ਲੱਗਦੀ, ਕਿਉਂ ਲੱਗਦੀ। ਇੱਥੇ ਹੁਣ ਮਹਾਰਾਜ ਮੁਹਾਰਨੀ ਤੋਂ ਸ਼ੁਰੂ ਕੀਤਾ ਮਹਾਰਾਜ ਨੇ ਗੱਲ, ਕਿਉਂਕਿ ਬੱਚਿਆਂ ਨੂੰ ਪਹਿਲਾਂ ਮੁਹਾਰਨੀ ਪੜ੍ਹਾਈ ਜਾਂਦੀ ਸੀ। ਆਇਓ ਅੰਗਾ ਸਭ ਜਗ ਆਇਆ, ਹੁਣ ਮਹਾਰਾਜ ਕਹਿੰਦੇ ਆਇਓ ਅੰਗਾ, ਇਹ ਜਿਹੜੇ ਸਾਰਾ ਮੁਹਾਰਨੀ ਦੇ ਅੱਖਰ ਨੇ, ਕਹਿੰਦੇ ਸਾਰਾ ਸੰਸਾਰ ਇੱਥੇ ਆਇਆ। ਕਾਖਾ ਕੰਗਾ ਕਾਲ ਭਇਆ, ਜਿਹੜਾ ਵੀ ਆਇਆ ਉਹ ਮੌਤ ਦੇ ਅਧੀਨ ਹੋ ਗਿਆ। ਰੀਰੀ ਲੱਲੀ ਪਾਪ ਕਮਾਣੇ, ਪਰ ਅਵਗਣ ਗੁਣ ਵੀ ਸਰਿਆ। ਤੇ ਰੀਰੀ ਲੱਲੀ ਕਹਿੰਦੀ ਕਿ ਆ ਕੇ ਪਾਪ ਕਮਾ ਬੈਠਾ, ਔਗਣਾ ਨਾਲ ਸਾਂਝ ਪਾ ਕੇ ਗੁਣ ਵਿਸਾਰ ਬੈਠਾ, ਉਸ ਮਾਲਕ ਨਾਲੋਂ ਵਿਸਰ ਗਿਆ। ਸੰਸਾਰ ਵਿੱਚ ਆਇਆ ਸੀ, ਜਿਹੜਾ ਵੀ ਆਇਆ ਉਹ ਮੌਤ ਦੇ ਅਧੀਨ ਹੈ, ਪਰ ਮਨੁੱਖ ਇੱਥੇ ਆ ਕੇ ਸਾਂਝ ਗੁਣਾਂ ਦੀ ਪਾਉਣੀ ਸੀ, ਉਲਟ ਕਹਿੰਦੇ ਔਗਣਾ ਨਾਲ ਪਾ ਬੈਠਾ, ਤੇ ਕੀ ਹੋਇਆ, ਉਸ ਮਾਲਕ ਨਾਲੋਂ ਵਿਛੜ ਗਿਆ। ਹੁਣ ਰਹਾਉ ਦੀ ਪੰਕਤੀ ਜਿਹੜੀ ਹੈ, ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰਾ ਸਿਰ ਰਹਿਆ। ਤੇ ਦੂਜੇ ਪਾਸੇ ਆਪਾਂ ਪਿੱਛੇ ਗੁਰੂ ਨਾਨਕ ਪਾਤਸ਼ਾਹ ਦੀ ਪੱਟੀ, ਉਹਦੇ ਵਿੱਚ ਰਹਾਉ ਦੀ ਪੰਕਤੀ ਜਿਹੜੀ ਮਰ ਗਏ, ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੈ ਵੀਰਾ ਤਉ ਪੜਿਆ। ਮਨਾ ਕਿਉਂ ਭੁੱਲੀ ਬੈਠਾ। ਇੱਥੇ ਤੀਜੇ ਪਾਸੇ ਵੀ ਗੱਲ ਕਹਿੰਦੇ ਨੇ, ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਆਖੀ, ਸਰਲੇਖ ਉਹੀ ਹੈ, ਕਈ ਗੱਲ ਉਹੀ ਗਈ ਹੈ ਮਹਾਰਾਜ ਨੇ ਇੱਥੇ। ਮਨ ਐਸਾ ਲੇਖਾ ਤੂੰ ਕੀ ਪੜਿਆ, ਮਨਾ ਇਹੋ ਜਿਹਾ ਲੇਖਾ ਤੂੰ ਕੀ ਪੜ ਲਿਆ, ਆਪਣੇ ਆਪ ਨੂੰ ਪੜਿਆ ਲਿਖਿਆ ਸਮਝਦਾ ਹੈ। ਲੇਖਾ ਦੇਣਾ ਤੇਰਾ ਸਿਰ ਰਹਿਆ, ਕਿਉਂਕਿ ਲੇਖਾ ਦੇ ਤੇ ਸਿਰ ਤੇ ਪਿਆ ਜੇ। ਲੇਖਾ ਦੇਣ ਤੋਂ ਕੀ ਭਾਵ ਸੀ ਕਿ ਜਿਸ ਲਈ ਤੂੰ ਪੜਿਆ ਸੀ, ਜਿਹਦੀ ਖਾਤਰ ਤੂੰ ਪੜਿਆ ਪਿਆ, ਪੜਦਾ ਪਿਆ, ਇਹ ਬਾਣੀ ਅਸੀਂ ਪੜਨ ਆਉਨੇ ਆ। ਕਾਹਦੇ ਵਾਸਤੇ ਪੜਨ ਆਉਨੇ ਆ? ਤਾਂ ਕਿ ਸਾਡੇ ਮਨ ਨੂੰ ਸੋਝੀ ਹੋ ਜਾਏ, ਸਾਨੂੰ ਪਤਾ ਲੱਗ ਜਾਏ ਕਿ ਗੁਰੂ ਨੇ ਕੀ ਆਖਿਆ, ਅਸੀਂ ਉਹ ਕਰਦੇ ਵੀ ਹਾਂ ਕਿ ਨਹੀਂ ਕਰਦੇ। ਤੇ ਜੇ ਸਿਰਫ ਪੜ੍ਹ ਹੀ ਛੱਡਿਆ, ਪਰ ਲੇਖਾ ਤਾਂ ਸਿਰ ਤੇ ਪਿਆ ਜੀ। ਫਿਰ ਜਿਸ ਲੇਖੇ ਲਈ ਅਸੀਂ ਪੜ੍ਹਦੇ ਪਏ ਸਾਂ, ਉਹ ਤੇ ਸਾਡੇ ਸਿਰ ਤੇ ਪਏ ਨੇ। ਜੇ ਫਿਰ ਉਹ ਤਾਂ ਅਸੀਂ ਉਵੇਂ ਵੀ ਕਰ ਰਹੇ ਹਾਂ ਕੰਮ, ਅਸੀਂ ਝੂਠ ਵੀ ਬੋਲੀ ਜਾਂਦੇ, ਠੱਗੀਆਂ ਵੀ ਮਾਰੀ ਜਾਂਦੇ, ਰਿਸ਼ਵਤਾਂ ਵੀ ਲਈ ਜਾਂਦੇ ਆ, ਪਾਪ ਵੀ ਕਮਾਈ ਜਾਂਦੇ ਆ, ਬੁਰਾ ਵੀ ਸੋਚੀ ਜਾਂਦੇ ਆ, ਭੈੜਾ ਵੀ ਬੋਲੀ ਜਾਂਦੇ ਆ। ਕਹਿੰਦੇ ਫਿਰ ਤਾਂ ਕੋਈ ਫਾਇਦਾ ਨਾ ਹੋਇਆ। ਇੱਥੇ ਮੈਂ ਕਹਿੰਦਾ ਲੇਖਾ ਤੇ ਅਜੇ ਤੇਰੇ ਸਿਰ ਤੇ ਪਿਆ, ਭਾਵ ਆਪਣੇ ਆਪ ਨੂੰ ਵਿਦਵਾਨ ਸਦਾਉਣਾ ਹੈ, ਆਪਣੇ ਆਪ ਨੂੰ ਪੜ੍ਹਿਆ ਲਿਖਿਆ ਆਉਣਾ ਹੈ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ 'ਚ ਬੜਾ ਸਪਸ਼ਟ ਕੀਤਾ ਹੈ। ਪੜ੍ਹਿਆ ਮੂਰਖ ਆਖੀ ਹੈ, ਜਿਤ ਲੱਭ ਲੋਭ ਹੰਕਾਰ। ਉਹ ਪੜ੍ਹਿਆ ਲਿਖਿਆ ਮੂਰਖ ਹੈ ਜੇ ਲੋਭ ਵਿੱਚ ਪਿਆ ਹੈ, ਲਾਲਚ ਵਿੱਚ ਪਿਆ ਹੋਇਆ, ਹੰਕਾਰੀ ਹੈ। ਕਹਿੰਦੇ ਫਿਰ ਪੜ੍ਹਿਆ ਲਿਖਿਆ ਨਹੀਂ, ਉਹ ਤੇ ਭਾਈ ਪੜ੍ਹਿਆ ਲਿਖਿਆ ਮੂਰਖ ਹੈ। ਇਹੀ ਗੱਲ ਇੱਥੇ ਤੀਜੇ ਪਾਸੇ ਸਮਝਾਉਣਾ ਸ਼ੁਰੂ ਕਰਦੇ ਨੇ। ਹਾਂਜੀ। ਸਿੰਧਾਇ ਸਿਮਰੈ ਨਾਹੀ, ਸੰਧਾਇ ਸਿਮਰੈ ਨਾਹੀ, ਨੰਨੈ ਨਾ ਤੁਧ ਨਾਮ ਲਿਆ, ਨੰਨੈ ਨਾ ਤੁਧ ਨਾਮ ਲਿਆ, ਛਛੈ ਛੀਜੈ ਅਹਨਸ ਮੂੜੇ, ਛਛੈ ਚੀਜੈ ਐਨਸ ਮੂੜੇ, ਕਿਉ ਛੂਟੈ ਜਮ ਪਾਕੜਿਆ, ਕਿਉਂ ਛੂਟੈ ਜਮ ਪਾਕੜਿਆ। ਹੁਣ ਗੱਲ ਸ਼ੁਰੂ ਤੋਂ ਕਰਦੇ ਨੇ, ਕਿਉਂਕਿ ਜਦੋਂ ਮੁਹਾਰਨੀ ਪੜ੍ਹਾਈ ਜਾਂਦੀ ਸੀ ਤਾਂ ਟੀਚਰ ਸਭ ਤੋਂ ਪਹਿਲਾਂ ਆਪ ਲਿਖ ਕੇ ਦਿੰਦੇ ਪੱਟੀ ਬੱਚੇ ਨੂੰ। ਜਦੋਂ ਮੈਂ ਗਿਆ, ਸਾਨੂੰ ਵੀ ਇਸੀ ਗੱਲ ਚੇਤੇ ਆਈਆਂ ਨੇ ਉਹ ਗੱਲਾਂ। ਜਦੋਂ ਬਚਪਨ 'ਚ ਛੋਟਾ ਹੁੰਦਾ, ਮੈਂ ਪਹਿਲੀ ਵਾਰੀ ਗਿਆ ਸਕੂਲ 'ਚ, ਤਾਂ ਸਾਡੇ ਟੀਚਰ ਨੇ ਪਹਿਲਾਂ ਇੱਕ ਓਂਕਾਰ ਪਾਇਆ ਉੱਤੇ ਉਹਦੇ, ਉਸ ਤੋਂ ਬਾਅਦ ਊੜਾ ਐੜਾ ਸਾਰਾ ਲਿਖਿਆ ਪੈਨਸਲ ਨਾਲ, ਤੇ ਨਾਲ ਮੈਨੂੰ ਲਿਖਣ ਨੂੰ ਕਿਹਾ। ਉਹ ਗੱਲ ਚੇਤੇ, ਕਿਉਂਕਿ ਮਹਾਰਾਜ ਉਹੀ ਗੱਲ ਸਮਝਾਉਂਦੇ ਨੇ। ਅੱਜ ਕੱਲ ਤਾਂ ਹੁਣ ਖੈਰ ਖਤਮ ਹੋ ਗਈਆਂ ਗੱਲਾਂ, ਇਹ ਪਹਿਲਾਂ ਇਹ ਗੱਲ ਸਮਝਾਈ ਜਾਂਦੀ ਸੀ। ਅੱਜ ਵੀ ਅਸੀਂ ਵੇਖਦੇ ਹਾਂ ਜਿਹੜੇ ਪੁਰਾਣੇ ਡਾਕਟਰ ਨੇ,
ਉਹ ਜਦੋਂ ਪਰਚੀ ਲਿਖਦੇ ਨੇ ਤਾਂ RX ਪਾਇਆ ਹੁੰਦਾ, ਸਭ ਤੋਂ ਪਹਿਲਾਂ ਉਹ RX ਲਿਖਦੇ ਆ ਉੱਤੇ। RX ਦਾ ਮਤਲਬ ਇਹੀ ਹੁੰਦਾ ਕਿ ਰਿਕੁਐਸਟ ਟੂ ਪ੍ਰਮਾਤਮਾ ਵਾਸਤੇ। ਉਹ ਪ੍ਰਮਾਤਮਾ ਦੀ ਰਿਕੁਐਸਟ ਲਿਖਦੇ ਨੇ, ਸਭ ਤੋਂ ਪਹਿਲਾਂ ਉਸ ਦਾ ਨਾਮ ਲੈਂਦੇ ਨੇ। ਜਦੋਂ ਵੀ ਵਹੀ ਖਾਤਾ ਖੁੱਲ੍ਹਿਆ ਜਾਂਦਾ ਹੈ ਤਾਂ ਉਹਦੇ ਅੱਗੇ ਪਹਿਲਾਂ ਉਹ ਪਾਇਆ ਜਾਂਦਾ ਹੈ ਤੇ ਨਾਲ ਓਮ ਲਿਖਿਆ ਜਾਂਦਾ ਹੈ। ਉਹ ਕੀ ਚੀਜ਼ ਹੈ ਕਿ ਉਹਦਾ ਨਾਮ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਲਿਆ ਹੈ। ਇਹ ਧਿਆਇਆ ਜਿਹੜਾ ਸ਼ਬਦ ਹੈ ਉਸ ਮਾਲਕ ਦੇ ਨਾਮ ਨੂੰ ਧਿਆਉਣਾ। ਧਿਆਇਆ ਸਿਮਰੈ ਨਾਹੀ, ਜੋ ਤੂੰ ਲਿਖਿਆ, ਜਿਹਨੂੰ ਤੂੰ ਧਿਆਇਆ ਸਭ ਤੋਂ ਪਹਿਲਾਂ, ਉਹਨੂੰ ਆਪ ਤੇ ਸਿਮਰਦਾ ਨਹੀਂ। ਇੱਥੇ ਮਹਾਰਾਜ ਨੇ ਪਹਿਲੀ ਗੱਲ ਸ਼ੁਰੂ ਕੀਤੀ ਕਿ ਜਿਹਨੂੰ ਤੂੰ ਧਿਆਇਆ ਸਭ ਤੋਂ ਪਹਿਲਾਂ, ਕੰਮ ਕਰਨ ਤੋਂ ਪਹਿਲਾਂ ਹਰ ਬੰਦਾ ਧਿਆਉਂਦਾ ਹੈ। ਕਹਿੰਦੇ ਜਿਹਨੂੰ ਧਿਆਇਆ ਉਹਨੂੰ ਸਿਮਰਦਾ ਤੇ ਹੈ ਨਹੀਂ। ਫਿਰ ਧਿਆਇਆ ਸਿਮਰੈ ਨਾਹੀ ਨੰਨਾ, ਨਾ ਤੁਝ ਨਾਮ ਲਿਆ। ਨੰਨਾ ਆਖਰ ਕਹਿੰਦਾ ਨਾ ਤੂੰ ਉਹਦਾ ਨਾਮ ਲਿਆ, ਕਦੇ ਸਿਮਰਿਆ ਉਸਨੂੰ। ਚੱਛਾ ਚੀਜ਼ਾਂ ਐਨ ਸਮੂੜੇ, ਦਿਨ ਰਾਤ ਤੂੰ ਘਟ ਰਿਹਾ ਹੈ। ਹਰ ਰੋਜ਼ ਮੌਤ ਦੇ ਨਜ਼ਦੀਕ ਜਾ ਰਹੇ ਹੈ। ਕਿਉਂ ਛੂਟਾਂ ਜਮ ਪਕੜਿਆ, ਕਹਿੰਦੇ ਕਿਵੇਂ ਛੁਟੇਗਾ? ਇਹ ਜਮਾਂ ਨੇ ਤੇ ਤੈਨੂੰ ਫੜ ਲਿਆ। ਇਹ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੇ ਤੈਨੂੰ ਫੜਿਆ ਹੋਇਆ ਹੈ। ਇਹਨਾਂ ਕੋਲੋਂ ਤੇਰਾ ਛੁਟਕਾਰਾ ਕਿਵੇਂ ਹੋਏਗਾ ਫਿਰ? ਹਾਂਜੀ। ਬੱਬੈ ਬੂਝੈ ਨਾਹੀ ਮੂੜੇ, ਬੱਬੈ ਬੂਝੈ ਨਾਹੀ ਮੂੜੇ, ਭਰਮ ਭੂਲੇ ਤੇਰਾ ਜਨਮ ਗਿਆ। ਭਰਮ ਭੂਲੇ ਤੇਰਾ ਜਨਮ ਗਿਆ। ਅਣਹੋਂਦਾ ਨਾਉ ਧਰਾਇਓ ਪਾਂਦਾ, ਅਣਹੋਂਦਾ ਨਾਉ ਪਾਦਾ। ਅਵਰਾ ਕਾ ਭਾਰ ਤੁਧ ਲਿਆ, ਬੱਬੈ ਬੂਝੈ ਨਾਹੀ ਮੂੜੇ, ਭਰਮ ਭੁੱਲੇ ਤੇਰਾ ਜਨਮ ਗਿਆ। ਹੁਣ ਕਹਿੰਦੇ ਆਪ ਤੇ ਤੂੰ ਬੁੱਝਦਾ ਨਹੀਂ, ਸਮਝ ਨਹੀਂ ਰਿਹਾ ਮੂਰਖਾ। ਕਹਿੰਦੇ ਇਸ ਕਰਕੇ ਭਰਮਾਂ ਵਿੱਚ ਪਿਆ ਹੋਇਆ, ਇਹ ਮਨੁੱਖਾ ਜਨਮ ਤੇਰਾ ਵਿਅਰਥ ਚਲਾ ਗਿਆ। ਅਣਹੋਂਦਾ ਨਾਮ ਧਰਾਇਓ ਪਾਦਾ। ਇੱਥੇ ਮਹਾਰਾਜ ਸ਼ਬਦ ਵਰਤਦੇ ਨੇ ਅਣਹੋਂਦਾ। ਭਾਵੇਂ ਤੂੰ ਆਪਣੇ ਆਪ ਨੂੰ ਪਾਦਾ ਖਵਾਉਣਾ ਹੈ, ਟੀਚਰ ਅਖਵਾਉਣਾ ਹੈ, ਵਿਦਵਾਨ ਅਖਵਾਉਣਾ ਹੈ, ਪਰ ਅਣਹੋਂਦਾ, ਪਰ ਗੁਣ ਨਹੀਂ ਤੇਰੇ ਉਹਦੇ 'ਚ। ਟੀਚਰ ਵਾਲੇ ਗੁਣ ਹੈ ਨਹੀਂ ਤੇਰੇ 'ਚ, ਪੜ੍ਹਾਉਣ ਵਾਲੇ ਗੁਣ ਹੈ ਨਹੀਂ। ਅਣਹੋਂਦਾ ਨਾਮ ਧਰਾਇਓ ਪਾਦਾ, ਅਵਰਾ ਕਾ ਭਾਰ ਤੁਧ ਲਿਆ। ਕਹਿੰਦੇ ਤੂੰ ਤੇ ਹੋਰਾਂ ਦਾ ਭਾਰ ਵੀ ਨਾਲ ਚੁੱਕ ਲਿਆ। ਆਪਣਾ ਤੇ ਭਾਰ ਹੈ ਸੀ ਤੇਰਾ ਔਗਣਾ ਦਾ, ਤੂੰ ਤੇ ਹੋਰਾਂ ਦਾ ਭਾਰ ਵੀ ਨਾਲ ਚੁੱਕ ਲਿਆ। ਹਾਂਜੀ। ਜੱਜੈ ਜੋਤ ਹੀਰ ਲਈ ਤੇਰੀ ਮੂੜੇ, ਜੱਜੈ ਜੋਤ ਹਿਰ ਲਈ ਤੇਰੀ ਮੂੜੇ। ਅੰਤ ਗਿਆ ਪਛਤਾਵੇਂਗਾ, ਅੰਤ ਗਿਆ ਪਛਤਾਵੇਂਗਾ। ਏਕ ਸ਼ਬਦ ਤੂੰ ਚੀਨੈ ਨਾਹੀ, ਏਕ ਸ਼ਬਦ ਤੂੰ ਚੀਨੈ ਨਾਹੀ। ਫਿਰ ਜੁਨੀ ਆਵੇਂਗਾ, ਫਿਰ ਜੂਨੀ ਆਵੇਂਗਾ। ਜੱਜੈ ਜੋਤ ਹਿਰ ਲਈ ਤੇਰੀ ਮੂੜੇ, ਅੰਤ ਗਿਆ ਪਛਤਾਵੇਂਗਾ। ਜੱਜਾ ਅੱਖਰੀ ਸਪਸ਼ਟ ਕਰਦਾ ਹੈ ਮਾਰੇ, ਕਹਿੰਦੇ ਭਾਈ ਐ ਮੂਰਖਾ, ਤੇਰੀ ਸੁਰਤੀ ਤੇ ਗਵਾਚ ਗਈ, ਸੋਝੀ ਗਵਾ ਬੈਠਾ ਤੂੰ ਆਪਣੀ। ਉਸ ਨਾਮ ਨੂੰ ਸਿਮਰਨਾ ਸੀ, ਧਿਆਉਣਾ ਸੀ, ਯਾਦ ਕਰਨਾ ਸੀ, ਜਿਹਦਾ ਤੂੰ ਉਪਦੇਸ਼ ਪਿਆ ਦਿੰਨਾ ਹੈ। ਅਵਰ ਉਪਦੇਸੈ ਆਪ ਨਾ ਕਰੈ, ਆਪ ਜਾਵਤ ਜਨਮੈ ਮਰੈ। ਹੋਰਾਂ ਨੂੰ ਉਪਦੇਸ਼ ਦੇਣਾ ਸਭ ਤੋਂ ਸਕਾਲਾ ਕੰਮ ਹੈ। ਜੇਕਰ ਉਸ ਉਪਦੇਸ਼ ਨੂੰ ਆਪ ਨਹੀਂ ਨਾ ਕਮਾਇਆ, ਕਹਿੰਦੇ ਜੰਮਣ ਮਰਨ ਦੇ ਗੇੜ 'ਚ ਪੈ ਜਾਏਗਾ। ਪਹਿਲਾਂ ਆਪ ਕਮਾ, ਫਿਰ ਉਪਦੇਸ਼ ਦੇਣਾ ਕਰ। ਇਹ ਜਿਹੜਾ ਆਪਾਂ ਕੰਮ ਇੱਥੇ ਕਰਦੇ ਆ, ਇਹ ਉਹ ਕਰਵਾ ਰਿਹਾ ਆਪ, ਕਿਰਪਾ ਉਹਦੀ ਬਖਸ਼ਿਸ਼ ਹੈ। ਪਰ ਨਾਲ ਹਰ ਰੋਜ਼ ਅਰਦਾਸ ਵੀ ਕਰਦੇ ਆ ਕਿ ਸੱਚੇ ਪਾਤਸ਼ਾਹ, ਜੋ ਤੂੰ ਇਹ ਪੜ੍ਹਾ ਰਿਹਾ ਨਾ ਸਾਨੂੰ, ਜੋ ਸਾਡੇ ਮੁਖ ਤੋਂ ਉਖਵਾ ਰਿਹਾ, ਕਿਰਪਾ ਕਰ ਸਾਡੇ ਕਰਮ ਵੀ ਉਹੋ ਜਿਹੇ ਕਰਦੇ। ਇਹ ਕਿਰਪਾ ਕਰ ਸਾਡੇ ਤੇ ਕਿ ਸਾਡੇ ਕਰਮ ਵੀ ਉਹੋ ਜਿਹੇ ਹੋ ਜਾਣ। ਇਹ ਵੀ ਨਾਲ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਜੋ ਅਸੀਂ ਪੜ੍ਹ ਕੇ ਗਏ ਆ, ਸਾਡੇ ਤੇ ਕਿਰਪਾ ਕਰ, ਹਿਰਦੇ 'ਚ ਇਹ ਵਸ ਜਾਣ, ਸਾਡੇ ਕਰਮ ਵੀ ਉਹੋ ਜਿਹੇ ਹੋ ਜਾਣ। ਤੇ ਮਾਰੇ ਕਹਿੰਦੇ ਜੇ ਉਹ ਨਹੀਂ ਕੀਤਾ, ਜੇ ਤੂੰ ਜੋਤ ਹੀ ਹਿਰ ਗਈ ਅੰਦਰੋਂ, ਭਾਵ ਤੇਰੀ ਸੁਰਤੀ ਬਿਰਤੀ ਚੱਲ ਗਈ, ਕਹਿੰਦੇ ਜਦੋਂ ਜਾਣਾ ਸੰਸਾਰ ਤੋਂ ਫਿਰ ਪਛਤਾਵੇ ਨਾਲ ਜਾਏਗਾ। ਅੰਤ ਗਿਆ ਪਛਤਾਵੇਂਗਾ। ਏਕ ਸ਼ਬਦ ਤੂੰ ਚੀਨੈ ਨਾਹੀ। ਏਕ ਸ਼ਬਦ ਤੋਂ ਭਾਵ ਹੈ ਉਸ ਪਰਮਾਤਮਾ ਦਾ ਨਾਮ, ਉਸ ਵਾਹਿਗੁਰੂ ਕਾਲਪੁਰਖ ਦਾ ਨਾਮ ਤੇ ਤੂੰ ਸਿਮਰਦਾ ਨਹੀਂ, ਫਿਰ ਜੂਨੀ ਆਵੇਂਗਾ। ਇਸ ਕਰਕੇ ਜੰਮਣ ਮਰਨ ਦੇ ਗੇੜ 'ਚ ਪਿਆ ਰਹੇਗਾ। ਪਾਦੇ ਨੂੰ ਸਮੋਧਾ ਨਹੀਂ ਮਹਾਰਾਜ, ਇਹ ਪਾਦੇ ਫਿਰ ਨਹੀਂ ਜੰਮ ਤੇ ਜੰਮਣ ਮਰਨ ਦੇ ਗੇੜ 'ਚ ਹੀ ਆਇਆ ਰਹੇਗਾ। ਹਾਂਜੀ।
ਤੁਧ ਸਿਰ ਲਿਖਿਆ ਸੋ ਪੜ ਪੰਡਤ, ਤੁਧ ਸਿਰ ਲਿਖਿਆ ਸੋ ਪੜ ਪੰਡਤ, ਅਵਰਾ ਨੋ ਨਾ ਸਿਖਾਲ ਵਿਖਿਆ, ਅਵਰਾਂ ਨੂੰ ਨਾ ਸਖਾਲ ਵਿਖਿਆ, ਪਹਿਲਾ ਫਾਹਾ ਪਾਇਆ ਪਾਂਦੇ, ਪਹਿਲਾ ਫਾਹਾ ਪਾਇਆ ਪਾਦੇ, ਪਿੱਛੋਂ ਦੇ ਗਲ ਚਾਟੜਿਆ, ਜਿੱਥੋਂ ਦੇ ਗਲ ਚਾਟੜਿਆ। ਤੁਧ ਸਿਰ ਲਿਖਿਆ ਸੋ ਪੜ ਪੰਡਤ, ਅਵਰਾਂ ਨੂੰ ਨਾ ਸਿਖਾਲ ਵਿਖਿਆ। ਮੈਂ ਕਹਿੰਦਾ ਜੋ ਤੇਰੇ ਸਿਰ ਤੇ ਲਿਖਿਆ ਹੋਇਆ ਹੈ ਪਹਿਲਾਂ ਉਹ ਪੜ। ਇੱਥੇ ਉਹ ਪੜਨ ਤੋਂ ਭਾਵ ਕਿ ਜੋ ਤੂੰ ਆਪਣੇ ਆਪ ਨੂੰ ਪੰਡਤ ਅਖਵਾਉਣਾ ਹੈ, ਆਪਣੇ ਆਪ ਨੂੰ ਵਿਦਵਾਨ ਅਖਵਾਉਣਾ ਹੈ, ਪਹਿਲਾਂ ਉਹ ਪੜ, ਆਪਣੇ ਅੱਖਰ ਪੜ ਕਿ ਜੋ ਬਾਣੀ ਕਹਿ ਰਹੀ ਹੈ ਆਪਣੇ ਅੰਦਰ ਪੜ ਕੇ ਮੈਂ ਉਹ ਕਰ ਰਿਹਾ। ਇਹਦਾ ਮੂਲ ਭਾਵ ਹੈ, ਡੰਗਾਈ ਚ ਗਏ ਨੇ ਮਹਾਰਾਜ ਇੱਥੇ ਕਿ ਪਹਿਲਾਂ ਆਪ ਪੜ। ਇਹ ਨਾ ਨੇ ਕਿ ਜੋ ਤੂੰ ਆਪਣੇ ਆਪ ਕੋਲੋਂ ਛੱਡੀ ਜਾਂਦਾ ਕਹਿੰਦੇ ਹੋਰਾਂ ਨੂੰ ਨਾ ਸਿਖਾਈ ਜਾ, ਹੋਰਾਂ ਨੂੰ ਜ਼ਹਿਰ ਨਾ ਸਿਖਾ। ਭਾਵ ਇਹ ਜ਼ਹਿਰੀਲੀ ਵਿਦਿਆ ਹੋਰਾਂ ਨੂੰ ਨਾ ਪੜਾਈ ਜਾ, ਚਲਾਕੀ ਵਾਲੀਆਂ ਚੁਸਤੀ ਵਾਲੀਆਂ ਗੱਲਾਂ ਹੋਰਾਂ ਨੂੰ ਨਾ ਪੜਾ। ਬੜੀ ਡੂੰਘੀਆਂ ਇਹ ਗੱਲਾਂ ਜਿਹੜੀਆਂ ਮਹਾਰਾਜ ਨੇ ਕਹੀਆਂ ਨੇ, ਤੀਜੇ ਪਾਤਸ਼ਾਹ ਨੇ। ਇਹ ਤੇ ਜ਼ਹਿਰੀਲੀ ਵਿਦਿਆ ਕਿਉਂ ਕਿਹਾ ਇਹਨੂੰ? ਵਿਖਿਆ, ਵਿਖਿਆ ਪੜਾਉਣੀ ਤੋਂ ਭਾਵ ਤੂੰ ਤੇ ਕਾਮ ਤੇ ਕ੍ਰੋਧ ਤੇ ਲਾਲਚ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਇੰਟਰਸਟਡ ਹੋ ਕੇ ਸੁਣਾਉਣ ਲੱਗਿਆ ਹੋਇਆ ਹੈ। ਕਹਿੰਦੇ ਜਿਹੜੀ ਗੱਲ ਅੰਦਰਲੀ ਸੀ ਉਹ ਤੂੰ ਭੁੱਲ ਬੈਠਾ, ਆਪ ਆਪਣੇ ਲੇਖਾਂ ਨੂੰ ਨਹੀਂ ਪੜ ਰਿਹਾ, ਜੋ ਤੂੰ ਕਰਨਾ ਸੀ ਉਹ ਕਰ ਨਹੀਂ ਰਿਹਾ। ਐਜ ਏ ਟੀਚਰ, ਐਜ ਏ ਵਿਦਵਾਨ ਹੁੰਦਿਆਂ ਹੋਇਆਂ ਤੈਨੂੰ ਆਪਣਾ ਜੀਵਨ ਉਹੋ ਜਿਹਾ ਪਹਿਲਾਂ ਪ੍ਰੈਕਟੀਕਲੀ ਕਰਕੇ ਵਿਖਾਉਣਾ ਚਾਹੀਦਾ ਸੀ। ਸਿਰਫ ਗੱਲਾਂ ਨਾਲ ਹੀ ਹੱਥਾਂ ਦੇ ਸਿਰੋਂ ਪਿਆ ਜਮਾਈ ਜਾਂਦਾ। ਕਹਿੰਦੇ ਇਸ ਕਰਕੇ ਹੋਰਾਂ ਨੂੰ ਕਿਉਂ ਸਿਖਾਉਣਾ ਹੈ? ਪਹਿਲਾਂ ਫਾਹਾ ਪਿਆ ਪਾਦੇ, ਇਹ ਪਾਦੇ, ਇਹ ਟੀਚਰ, ਇਹ ਪਹਿਲਾਂ ਤੇ ਫਾਹਾ ਤੂੰ ਆਪਣੇ ਗਲ ਚ ਪਾਇਆ। ਕਿਉਂ? ਕਿਉਂਕਿ ਮਾਇਆ ਕਾਰਨ ਵਿਦਿਆ ਵੇਚੈ, ਮੂਰਖ ਲੋਕ ਅਜਾਣ। ਇਹ ਗੱਲ 550 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਸੀ ਤੇ ਅੱਜ ਲਾਗੂ ਹੋ ਰਹੀ ਹੈ। ਅੱਜ ਐਜੂਕੇਸ਼ਨ ਇੰਨੀ ਮਹਿੰਗੀ ਹੋ ਗਈ ਕਿ ਹਰ ਬੰਦਾ ਪੜ੍ਹ ਨਹੀਂ ਸਕਦਾ, ਪਹਿਲੀ ਗੱਲ। ਦੂਜੀ ਗੱਲ, ਅੱਜ ਕੱਲ੍ਹ ਜਿਹੜੀ ਪੜ੍ਹਾਈ ਹੈ ਉਹ ਇੱਕ ਵਪਾਰ ਬਣ ਗਿਆ। ਪਹਿਲਾਂ ਪੜ੍ਹਾਈ ਦਾਨ ਹੁੰਦੀ ਸੀ, ਪਹਿਲਾਂ ਟੀਚਰ ਇੱਕ ਸਾਧ ਵਾਲੀ ਜ਼ਿੰਦਗੀ ਜਿਉਂਦੇ, ਇੱਕ ਸਾਧੂ ਵਾਲੀ ਬਿਰਤੀ। ਇੱਕ ਵਿਦਵਾਨ, ਇੱਕ ਟੀਚਰ ਜਿਹੜਾ ਸੀ ਨਾ, ਉਹਦੀ ਇੰਨੀ ਇੱਜ਼ਤ, ਇੰਨਾ ਮਾਣ ਹੁੰਦਾ ਸੀ ਕਿ ਜੇ ਬੱਸ ਵਿੱਚ ਟੀਚਰ ਚੜ੍ਹ ਗਿਆ ਨਾ, ਵੇਖੋ ਲੋਕ ਸ਼ੀਟ ਛੱਡ ਦਿੰਦੇ ਸੀ। ਇਹ ਸਾਡੇ ਮਾਸਟਰ ਜੀ ਨੇ। ਅੱਜ ਵੀ ਜਦੋਂ ਸਾਨੂੰ ਸਾਡੇ ਟੀਚਰ ਮਿਲਦੇ ਨੇ ਤਾਂ ਅਸੀਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਹਾਂ। ਕਿਉਂ? ਭਾਵੇਂ ਕਿ ਉਹਨਾਂ ਨੇ ਸਾਨੂੰ ਖੜਕਾਇਆ ਹੋਇਆ, ਚੰਗੀ ਤਰ੍ਹਾਂ ਡੰਡਿਆਂ ਨਾਲ ਕੁੱਟਿਆ ਹੋਇਆ। ਕਿਉਂ ਕੁੱਟਿਆ ਹੋਇਆ? ਕਿਉਂਕਿ ਉਹਨਾਂ ਦਾ ਆਪਣੇ ਜੀਵਨ ਬੜੇ ਵਧੀਆ ਸੀ। ਉਹ ਅੱਧੀ ਰਾਤ ਤੱਕ ਫ੍ਰੀ ਸਾਨੂੰ ਪੜ੍ਹਾਉਂਦੇ। ਪਰ ਅੱਜ ਕਿਉਂ ਨਹੀਂ ਹੈ? ਕਿਉਂਕਿ ਅੱਜ ਕੱਲ੍ਹ ਤਾਂ ਪਤਾ ਵੀ ਸੌਦਾ ਚੱਲਦਾ ਹੈ। ਅੱਜ ਕੱਲ੍ਹ ਤੇ ਠੇਕਾ ਹੁੰਦਾ ਵੀ ਇੰਨੀ ਪੜ੍ਹਾਈ ਦਾ ਇੰਨਾ ਠੇਕਾ ਹੈ, ਇੰਨੇ ਪੈਸੇ ਲਵਾਂਗੇ ਪੜ੍ਹਾ ਦਿਆਂਗੇ ਜੀ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਪਹਿਲਾਂ ਫਾਹਾ ਤੇ ਮੋਹ ਮਾਇਆ ਦਾ ਆਪ ਆਪਣੇ ਗਲ ਪਾ ਲਿਆ, ਪਿੱਛੋਂ ਦੇ ਗਲ ਚਾਟੜਿਆ। ਪਿੱਛੋਂ ਆਪਣੇ ਚੇਲਿਆਂ ਦੇ ਗਲ ਵੀ ਇਹੀ ਪਾ ਚੱਲੇ ਆ। ਪੜਾਉਣੀ ਤੇ ਹੋਰ ਸੀ, ਮੋਹ ਮਾਇਆ ਤੋਂ ਮੁਕਤ ਕਰਨਾ ਸੀ, ਤੂੰ ਤੇ ਸਗੋਂ ਆਪਣੇ ਗਲ 'ਚ ਵੀ ਫਾਹਾ ਪਾ ਲਿਆ ਤੇ ਉਹਨਾਂ ਨੂੰ ਪਾ ਦਿੱਤਾ। ਕਿਉਂਕਿ ਜਿਹੇ ਜੀ ਕੋਕੋ ਹੋ ਜੇ ਕੋਕੋ ਦੇ ਬੱਚੇ, ਜੇ ਬੱਚੇ ਪੈਸੇ ਦੇ ਕੇ ਪੜ੍ਹੇ ਹੋਏ ਨੇ, ਜਿਵੇਂ ਰਿਸ਼ਵਤਾਂ ਦੇ ਝੂਠ ਦੇ ਕੇ ਪੜ੍ਹੇ ਹੋਏ ਨੇ, ਉਹ ਅੱਗੇ ਜਾ ਕੇ ਜਿਹੜਾ ਕੰਮ ਕਰਨਗੇ ਫਿਰ ਉਹੋ ਜਿਹੀ ਕਰਨਗੇ ਜਿਹੋ ਜਿਹਾ ਉਹਨੇ ਪਹਿਲਾਂ ਸਿੱਖਿਆ ਹੋਇਆ। ਹਾਂਜੀ। ਸੱਸਾ ਸੰਜਮ ਗਇਓ ਮੂੜੇ, ਸੱਸਾ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ, ਏਕ ਦਾਨ ਤੁਧ ਕੁਥਾਏ ਲਿਆ। ਸਾਈ ਪੁੱਤਰੀ ਜਜਮਾਨ, ਸਾਈ ਪੁੱਤਰੀ ਜਜਮਾਨ ਕੀ, ਸਾ ਤੇਰੀ ਏਤ ਧਾਨ, ਖਾਦਾ ਤੇਰਾ ਜਨਮ ਗਿਆ। ਸਾ ਤੇਰੀ ਏਤ ਧਾਨ, ਖਾਦਾ ਤੇਰਾ ਜਨਮ ਗਿਆ। ਸੱਸਾ ਜਨ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ। ਕਿਉਂਕਿ ਐਜੂਕੇਸ਼ਨ ਪਹਿਲਾਂ ਬ੍ਰਾਹਮਣ ਕੋਲ ਸੀ, ਹੋਰ ਕੋਈ ਪੜ੍ਹਾ ਨਹੀਂ ਸਕਦਾ ਸੀ, ਤੇ ਬ੍ਰਾਹਮਣ ਬਾਕੀ ਕਰਮ ਵੀ ਕਰਦਾ ਸੀ ਸਾਰੇ। ਉਹੀ ਪਾਧਾ, ਉਹੀ ਵਿਦਵਾਨ, ਵਿਆਹਾਂ ਸ਼ਾਦੀਆਂ ਵਿੱਚ, ਮੌਤ ਦੇ ਵੇਲੇ ਵੀ ਸਾਰੇ ਕੰਮ ਉਹਦੇ ਕੋਲੇ ਸਨ, ਬ੍ਰਾਹਮਣ ਕੋਲੇ। ਹੁਣ ਮਹਾਰਾਜ ਕਹਿੰਦੇ ਤੂੰ ਆਪਣਾ ਸੰਜਮ ਹੀ ਗਵਾ ਬੈਠਾ।
ਆਪਣੇ ਅੰਦਰੋਂ ਇਹ ਇੰਦਰੀਆਂ ਨੂੰ ਰੋਕਣ ਦੀ ਕਿਰਿਆ ਕਨੇ ਖਤਮ ਕਰ ਬੈਠਾ ਆਪਣੀ ਸਾਰੀ ਤੂੰ ਤੇ। ਸੱਸੈ ਸੰਜਮ ਗਇਓ ਮੂੜੇ ਏਕ ਦਾਨ ਤੁਧ ਕੁਥਾਏ ਲਿਆ। ਵੇਖੋ ਬੜੀ ਡੂੰਘੀ ਚੋਟ ਮਾਰੀ ਗੁਣ ਤੀਜੇ ਪਾਤਸ਼ਾਹ ਨੇ। ਕਹਿੰਦੇ ਇੱਕ ਥਾਂ ਭੈੜੀ ਥਾਂ ਤੇ ਤੂੰ ਆਪਣੇ ਜਜਮਾਨ ਕੋਲੋਂ ਐਸਾ ਦਾਨ ਲੈ ਬੈਠਾ ਹੈ, ਆਪਣਾ ਸੰਜਮ ਹੀ ਗਵਾ ਬੈਠਾ ਤੂੰ ਤੇ। ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ। ਉਹ ਜਿਹੜੀ ਪੁੱਤਰੀ ਤੇਰੇ ਜਜਮਾਨ ਦੀ ਸੀ ਧੀ, ਉਹ ਤੇ ਤੇਰੀ ਵੀ ਸੀ, ਕਿਉਂਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਇਹ ਗੱਲ ਮੈਨੂੰ ਬਚਪਨ ਤੋਂ ਇਹ ਗੱਲ ਸਮਝਣੀ ਆਈ ਸਾਡੇ ਪਿੰਡਾਂ ਵਿੱਚ, ਇਹ ਗੱਲ ਕਿ ਪਿੰਡ ਦੀ ਧੀ ਉਹ ਪਿੰਡ ਦੀ ਹੋਈ ਹੈ, ਬਸ ਸਾਰੇ ਪਿੰਡ ਦੀ ਧੀ ਹੈ। ਅੱਜ ਉਹ ਚੀਜ਼ਾਂ ਨਹੀਂ ਰਹੀਆਂ, ਦੁੱਖ ਹੁੰਦਾ ਇਸ ਚੀਜ਼ ਦਾ। ਅੱਗੇ ਕੀ ਹੁੰਦਾ ਸੀ ਕਿ ਇਹ ਸਾਡੇ ਪਿੰਡ ਦੀ ਧੀ ਹੈ। ਆਮ ਕਰਕੇ ਵਿਆਹਾਂ ਸ਼ਾਦੀਆਂ ਵਿੱਚ ਵੇਖਦੇ ਸੀ ਲੋਕ, ਜਦੋਂ ਵਿਆਹਣ ਆਉਂਦੇ ਵੀ ਸਾਡੇ ਪਿੰਡ ਦੀ ਕੁੜੀ ਇੱਥੇ ਵਿਆਹੀ ਹੋਈ ਹੈ ਜੀ, ਤਾਂ ਉਹਨੂੰ ਉੱਥੇ ਜਾ ਕੇ ਸ਼ਗਨ ਦੇ ਕੇ ਆਉਂਦੇ, ਉੱਥੇ ਜਾ ਕੇ ਉਹਨੂੰ ਥਾਲ ਦੇ ਕੇ ਆਉਂਦੇ, ਕੋਈ ਨਾ ਕੋਈ ਦੇ ਕੇ ਆਉਂਦੇ, ਇਹ ਦੱਸਣ ਵਾਸਤੇ ਕਿ ਇਹ ਸਾਡੇ ਪਿੰਡ ਦੀ ਧੀ ਹੈ। ਇੰਨਾ ਮਾਣ ਸਤਿਕਾਰ ਔਰਤ ਦਾ ਦਿੱਤਾ ਜਾਂਦਾ ਸੀ ਤੇ ਹੋਣਾ ਚਾਹੀਦਾ। ਹੁਣ ਇੱਥੇ ਮਾਰਗ ਨੇ ਜਿਹੋ ਜੀ ਪੁੱਤਰੀ ਤੇਰੇ ਜਜਮਾਨ ਦੀ ਸੀ, ਉਹ ਤੇਰੀ ਵੀ ਸੀ। ਏਤ ਧਾਨ ਖਾਦਾ ਤੇਰਾ ਜਨਮ ਗਿਆ, ਕਿ ਤੂੰ ਤੇ ਉਹਦੇ ਵਿਆਹ ਦੇ ਪੈਸੇ ਵੀ ਲੈ ਗਿਆ, ਉਹਦੇ ਆਨੰਦ ਕਾਰਜ ਕਰਾਉਣ ਦੇ ਪੈਸੇ ਵੀ ਲੈ ਗਿਆ, ਤੂੰ ਤੇ ਉਹ ਧਾਨ ਵੀ ਖਾ ਗਿਆ। ਕੁਥਾਏ ਭੈੜੀ ਥਾਂ ਦਾ, ਕਹਿੰਦੇ ਭੈੜੀ ਥਾਂ ਦਾ ਇਹ ਦਾਨ ਲਿਆ ਤੂੰ, ਜਿਹਦੇ ਨਾਲ ਤੇਰਾ ਤੇ ਜਨਮ ਭ੍ਰਿਸ਼ਟ ਹੋ ਗਿਆ। ਇਸ ਕਰਕੇ ਸਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ। ਸਾਡੇ ਗੁਰਦੁਆਰਿਆਂ ਵਿੱਚ ਅੱਜ ਵੀ ਇਹ ਚੀਜ਼ ਲਿਖ ਕੇ ਲਾ ਦੇਣੀ ਚਾਹੀਦੀ ਹੈ। ਜਿਹੜੇ ਆਨੰਦ ਕਾਰਜ ਨੇ ਨਾ, ਆਨੰਦ ਕਾਰਜਾਂ ਦਾ ਕੋਈ ਪੈਸਾ ਨਹੀਂ ਹੋਣਾ ਚਾਹੀਦਾ। ਦਾਸ ਨੇ, ਮੈਂ ਗੁਰਦੁਆਰਾ ਸਾਹਿਬ ਦਾ ਮੁੱਖ ਰਿਹਾ ਤੇ ਮੈਂ ਲਿਖ ਕੇ ਲਾਇਆ, ਤਾਂ ਬਹੁਤੇ ਲੋਕ ਮੇਰੇ ਕੋਲ ਇਕੱਠੇ ਹੋ ਕੇ ਆਏ ਵੀ ਫਿਰ ਇਹ ਤਾਂ ਕੰਮ ਗਲਤ ਹੈ ਜੀ। ਮੈਂ ਜੀ ਗਲਤ ਨਹੀਂ, ਮੈਂ ਨਹੀਂ ਕਹਿ ਰਿਹਾ ਇਹ ਗੱਲ ਤੀਜੇ ਪਾਤਸ਼ਾਹ ਕਹਿ ਰਹੇ ਨੇ, ਬਾਣੀ 'ਚ ਪੜ੍ਹ ਲਓ। ਮੇਰੇ ਗੁਰੂ ਨੇ ਕੱਲ ਮੈਨੂੰ ਗੱਲ ਕਹੀ, ਇਹ ਗੱਲ ਸਾਨੂੰ ਚੇਤੇ ਹੋਣੀ ਚਾਹੀਦੀ। ਇੱਥੇ ਮਹਾਰਾਜ ਨੇ ਧੀਆਂ ਦਾ ਸਤਿਕਾਰ ਇੰਨਾ ਮਹਾਰਾਜ ਕਰਦੇ ਸੀ, ਤੇ ਮਹਾਰਾਜ ਨੇ ਤੀਜੇ ਪਾਤਸ਼ਾਹ ਨੇ ਗੱਲ ਉੱਥੇ ਸਪਸ਼ਟ ਕੀਤੀ ਪਾਦੇ ਨੂੰ ਕਿ ਪੰਡਤ ਜੀ ਇਹ ਥਾਂ ਤੇ ਤੁਸੀਂ ਕੁਥਾਏ ਦਾ ਭੈੜੀ ਜਗ੍ਹਾ ਤੋਂ ਇਹ ਥਾਂ ਜਿਹੜਾ ਦਾਨ ਤੁਸੀਂ ਲੈ ਬੈਠੇ, ਆਪਣਾ ਸੰਜਮ ਹੀ ਗਵਾ ਬੈਠੇ ਹੋ। ਤੁਸੀਂ ਆਪਣੀ ਜਜਮਾਨ ਦੀ ਪੁੱਤਰੀ ਦਾ ਜਦੋਂ ਆਨੰਦ ਕਾਰਜ ਕਰਾਉਣ ਗਏ, ਤੁਸੀਂ ਉਹਦੇ ਪੈਸੇ ਵੀ ਲੈ ਆਏ। ਇਸ ਕਰਕੇ ਇਹ ਦਾਨ ਖਾਣ ਨਾਲ ਤੇਰਾ ਤੇ ਜਨਮ ਭ੍ਰਿਸ਼ਟ ਹੋ ਗਿਆ। ਦੇਖੋ ਬੜੇ ਸ਼ਬਦ ਬੜੇ ਸਖਤ ਬੋਲੇ ਨੇ ਮਾਰਗ ਨੇ। ਇਹ ਧਾਨ ਖਾਦਾ ਤੇਰਾ ਜਨਮ ਗਿਆ, ਇਹ ਧਾਨ ਖਾਣ ਨਾਲ, ਇਹ ਦਾਨ ਲੈਣ ਨਾਲ ਤੇਰਾ ਤੇ ਜਨਮ ਭ੍ਰਿਸ਼ਟ ਹੋ ਗਿਆ। ਹਾਂਜੀ। ਮੰਮੈ ਮਤ ਹਿਰ ਲਈ ਤੇਰੀ ਮੂੜੇ, ਮੰਮੈ ਮਤ ਹਿਰ ਲਈ ਤੇਰੀ ਮੂੜੇ। ਹੋਮੈ ਵੱਡਾ ਰੋਗ ਪਿਆ, ਹੋਮੈ ਵੱਡਾ ਰੋਗ ਪਿਆ। ਅੰਤਰ ਆਤਮੈ ਬ੍ਰਹਮ ਨਹੀਂ ਚੀਨਿਆ, ਅੰਤਰ ਆਤਮੈ ਬ੍ਰਹਮ ਨਹੀਂ ਚੀਨਿਆ। ਮਾਇਆ ਕਾ ਮੁਹਤਾਜ ਪਿਆ, ਮਾਇਆ ਕਾ ਮੁਹਤਾਜ ਪਿਆ। ਮੰਮੈ ਮਤ ਹਿਰ ਲਈ ਤੇਰੀ ਮੂੜੇ, ਹਉਮੈ ਕਾ ਰੋਗ, ਹਉਮੈ ਵੱਡਾ ਰੋਗ ਪਿਆ। ਕਹਿੰਦੇ ਤੇਰੀ ਤੇ ਮਤ ਹਿਰ ਲਈ, ਤੇਰੀ ਜਿਹੜੀ ਅੰਦਰਲੀ ਅਕਲ ਸੀ ਖਤਮ ਹੋ ਗਈ, ਕਿਉਂਕਿ ਅੰਦਰ ਬਹੁਤ ਵੱਡਾ ਰੋਗ ਪੈਦਾ ਹੋ ਗਿਆ ਹਉਮੈ ਦਾ, ਕਿ ਮੈਂ ਬਹੁਤ ਵੱਡਾ ਵਿਦਵਾਨ ਹਾਂ, ਮੈਂ ਸਭ ਕੁਝ ਜਾਣਦਾ, ਮੈਨੂੰ ਜ਼ਿਆਦਾ ਪਤਾ ਹੈ। ਇਹ ਹੰਕਾਰ ਦਾ ਰੋਗ ਅੰਦਰ ਪਾਲ ਬੈਠਾ। ਅੰਤਰ ਆਤਮੈ ਬ੍ਰਹਮ ਨਾ ਚੀਨਿਆ, ਮਾਇਆ ਕਾ ਮੁਹਤਾਜ ਭਇਆ। ਅੰਤਰ ਆਤਮਾ ਵਿੱਚ ਉਸ ਬ੍ਰਹਮ ਨੂੰ ਖੋਜਿਆ ਨਹੀਂ, ਕਹਿੰਦੇ ਮਾਇਆ ਦਾ ਗੁਲਾਮ ਹੋ ਕੇ ਰਹਿ ਗਿਆ। ਸਿਰਫ ਮਾਇਆ ਚਾਹੀਦੀ ਹੈ। ਪੈਸੇ ਦੀ ਖਾਤਰ ਤੂੰ ਤੇ ਆਪਣੇ ਜਜਮਾਨ ਦੀ ਧੀ ਦੇ ਪੈਸੇ ਵੀ ਖਾ ਗਿਆ। ਕਹਿੰਦੇ ਇਸ ਕਰਕੇ ਮਾਇਆ ਦਾ ਗੁਲਾਮ ਹੋ ਕੇ ਰਹਿ ਗਿਆ। ਤੈਨੂੰ ਤੇ ਇੰਨਾ ਹੀ ਨਾ ਪਤਾ ਲੱਗਿਆ ਕਿ ਮੈਂ ਕਰਨਾ ਕੀ ਸੀ, ਕਿਉਂਕਿ ਪੜ੍ਹਨ ਨਾਲ ਸਾਨੂੰ ਸੋਝੀ ਆਉਂਦੀ। ਜੇ ਪੜ੍ਹਨ ਨਾਲ ਸੋਝੀ ਨਹੀਂ ਆਈ, ਪੜ੍ਹ ਕੇ ਵੀ ਅਸੀਂ ਕਰਮਕਾਂਡ ਕਰੀ ਗਏ, ਪੜ੍ਹ ਕੇ ਵੀ ਅਸੀਂ ਇਹ ਕੰਮ ਉਹੀ ਕਰੀ ਗਏ ਜੋ ਪਹਿਲਾਂ ਕਰੀ ਸਨ। ਕਹਿੰਦੇ ਫਿਰ ਪੜ੍ਹਿਆ ਤੇ ਅਨਪੜ੍ਹਿਆ ਕੋਈ ਫਰਕ ਨਾ ਪਿਆ। ਫਿਰ ਤੇ ਪੜ੍ਹਿਆ ਮੂਰਖ ਆਖੀ ਹੈ, ਜਿਤ ਲੱਭ ਲੋਭ ਹੰਕਾਰਾ ਦੀ ਗੱਲ ਨਹੀਂ ਮਾਰੀ ਕਹਿੰਦੇ ਨੇ। ਫਿਰ ਤੇ ਜੇ ਲੱਭ ਲੋਭ ਤੇ ਹੰਕਾਰ ਅੰਦਰੋਂ ਨਹੀਂ ਗਏ, ਫਿਰ ਤੇ ਪੜ੍ਹਿਆ ਚਾਹੇ ਨਾ ਪੜ੍ਹਿਆ ਇੱਕੋ ਹੀ ਗੱਲ ਹੈ। ਸੋ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे राम हम बारक हर प्रभ के हैं ए आणे।
हम बारक हर प्रभ के हैं ए आणे।